ਜਿਵੇਂ ਕਿ ਪਹਿਲਾਂ ਅਸੀਂ ਮੁਗਲ ਸਾਮਰਾਜ ਬਾਰੇ ਪੜ੍ਹਿਆ ਹੈ। ਉਹਦੇ ਵਿੱਚ ਅਸੀਂ ਨੇ ਬਾਬਰ ਅਤੇ ਉਸ ਦੇ ਪੁੱਤਰ ਹਿਮਾਯੂ ਬਾਰੇ ਪੜ੍ਹ ਚੁੱਕੇ ਹਾਂ। ਅਤੇ 1556 ਦੇ ਵਿੱਚ ਹਿਮਾਯੂ ਦੀ ਮੌਤ ਹੋ ਗਈ ਸੀ। ਤਾਂ ਹਿਮਾਯੂ ਦੀ ਮੌਤ ਪਿੱਛੋਂ 14 ਫਰਵਰੀ 1556 ਈਸਵੀ ਨੂੰ ਬੈਰਮ ਖਾਂ ਨੇ ਅਕਬਰ ਨੂੰ ਕਲਾਨੌਰ, ਜੋ ਕਲਾਨੌਰ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਕਲਾਨੌਰ ਮੁਗਲ ਰਾਜਗੱਦੀ ਉੱਤੇ ਬਿਠਾਇਆ। ਜੇਕਰ ਚਾਹੁੰਦਾ ਬੈਰਮ ਖਾਂ ਖੁਦ ਵੀ ਬੈਠ ਸਕਦਾ ਸੀ, ਕਿਉਂਕਿ ਉਸ ਸਮੇਂ ਅਕਬਰ ਬਹੁਤ ਛੋਟਾ ਸੀ, ਨਾਬਾਲਗ ਸੀ। ਪਰ ਬੈਰਮ ਖਾਂ ਜੋ ਕਿ ਇੱਕ ਯੋਗ ਸੈਨਾਪਤੀ ਸੀ, ਉਸਨੇ ਆਪ ਰਾਜਗੱਦੀ ਉੱਪਰ ਬੈਠਣ ਦੀ ਜਗ੍ਹਾ ਅਗਲੇ ਮੁਗਲ ਸਮਰਾਟ ਅਕਬਰ ਨੂੰ ਬਣਾਇਆ। ਅਕਬਰ ਨੇ ਰਾਜਗੱਦੀ 'ਤੇ ਬੈਠਣ ਪਿੱਛੋਂ ਹੀ ਦਿੱਲੀ ਅਤੇ ਆਗਰੇ 'ਤੇ ਮੁੜ ਕਬਜ਼ਾ ਕਰਨ ਲਈ ਦਿੱਲੀ ਵੱਲ ਕੂਚ ਕੀਤਾ। 1556 ਵਿੱਚ ਉਸ ਦਾ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨਾਲ ਪਾਣੀਪਤ ਦੇ ਮੈਦਾਨ ਵਿੱਚ ਟਾਕਰਾ ਹੋਇਆ ਅਤੇ ਅਕਬਰ ਇਸ ਯੁੱਧ ਵਿੱਚ ਜਿੱਤ ਗਿਆ ਅਤੇ ਹੇਮੂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 21 ਅਪ੍ਰੈਲ 1526 ਨੂੰ ਅਕਬਰ ਦੇ ਦਾਦੇ ਬਾਬਰ ਅਤੇ ਦਿੱਲੀ ਸਲਤਨਤ ਦੇ ਆਖਰੀ ਸ਼ਾਸਕ ਇਬਰਾਹਿਮ ਲੋਧੀ ਦੇ ਵਿਚਕਾਰ ਫਸਟ ਬੈਟਲ ਆਫ ਪਾਣੀਪਤ ਹੋਈ ਸੀ। ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ, ਜਿਸ ਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। ਤਾਂ ਹੁਣ ਉਸ ਦੇ ਪੋਤੇ ਅਕਬਰ ਦਾ ਇੱਕ ਵਾਰ ਫਿਰ ਟਾਕਰਾ। ਪਹਿਲਾਂ ਇੱਕ ਅਫਗਾਨ ਸ਼ਾਸਕ ਸੀ ਇਬਰਾਹਿਮ ਲੋਧੀ, ਇਸ ਵਾਰ ਸ਼ਾਸਕ ਨਾ ਹੋ ਕੇ ਹੇਮੂ ਵੀ ਅਫਗਾਨ ਸੀ, ਪਰ ਉਹ ਇੱਕ ਯੋਗ ਸੈਨਾਪਤੀ ਸੀ। ਉਹ ਸ਼ਾਸਕ ਨਹੀਂ ਸੀ, ਅਫਗਾਨ ਸੈਨਾਪਤੀ ਸੀ। ਉਸ ਨਾਲ ਪਾਣੀਪਤ ਦੇ ਮੈਦਾਨ 'ਤੇ ਸੈਕਿੰਡ ਬੈਟਲ ਆਫ ਪਾਣੀਪਤ ਦੀ ਦੂਜੀ ਲੜਾਈ ਵਿੱਚ ਹੋਈ। ਕਈ ਵਾਰ ਤੁਹਾਨੂੰ ਕੁਐਸਚਨ ਆ ਜਾਂਦਾ ਵੀ ਪਾਣੀਪਤ ਦੀਆਂ ਕੁੱਲ ਕਿੰਨੀਆਂ ਲੜਾਈਆਂ ਹੋਈਆਂ? 3 ਹੋਈਆਂ। ਪਹਿਲੀ 21 ਅਪ੍ਰੈਲ 1526 ਨੂੰ ਹੋਈ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ। ਬਾਬਰ ਦੀ ਜਿੱਤ ਹੋਈ ਸੀ ਅਤੇ ਉਸਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। ਇਸ ਤੋਂ ਬਾਅਦ ਜੋ ਸੈਕਿੰਡ ਬੈਟਲ ਆਫ ਪਾਣੀਪਤ ਉਹ ਹੋਈ ਸੀ ਅਕਬਰ ਅਤੇ ਅਫਗਾਨ ਸੈਨਾਪਤੀ ਹੇਮੂ ਦੇ ਵਿਚਕਾਰ। ਇਸ ਦੇ ਵਿੱਚ ਅਕਬਰ ਦੀ ਜਿੱਤ ਹੋਈ ਸੀ। ਅਕਬਰ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ। ਅਕਬਰ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ। ਉਸਨੇ ਰਾਜਪੂਤ ਪਰਿਵਾਰਾਂ ਵਿੱਚ ਰਾਜਪੂਤ ਰਾਜਕੁਮਾਰੀਆਂ ਨਾਲ ਵਿਆਹ ਕਰਾਏ। ਉਸਨੇ ਵਿਆਹਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਜਿੱਥੇ ਅਕਬਰ ਨੇ ਰਾਜਪੂਤਾਂ ਨਾਲ ਵਿਆਹ ਸੰਬੰਧ ਬਣਾਏ ਅਤੇ ਉੱਥੇ ਰਾਜਪੂਤਾਂ ਨਾਲ ਲੜਨਾ ਵੀ ਪਿਆ। ਉੱਥੇ ਜਿਵੇਂ ਚਿਤੌੜ ਦਾ ਸ਼ਾਸਕ ਸੀਗਾ ਮਹਾਰਾਣਾ ਪ੍ਰਤਾਪ ਸਿੰਘ। ਮਹਾਰਾਣਾ ਪ੍ਰਤਾਪ ਦੇ ਨਾਲ ਅਕਬਰ ਨੂੰ ਯੁੱਧ ਕਰਨਾ ਪਿਆ ਸੀ ਅਤੇ ਕੁਝ ਰਾਜਪੂਤਾਂ ਨਾਲ ਉਸਨੇ ਸੰਧੀਆਂ ਕਰਕੇ ਵਿਆਹ ਸੰਬੰਧ ਬਣਾ। ਜਿਵੇਂ ਰਾਜਾ ਮਾਨ ਸਿੰਘ, ਉਹ ਅਕਬਰ ਦਾ ਇੱਕ ਅਕਬਰ ਦੇ ਪ੍ਰਤੀ ਬਹੁਤ ਹੀ ਵਫਾਦਾਰ ਸੀ। ਇਸ ਤਰ੍ਹਾਂ ਅਕਬਰ ਨੇ ਜਿਸ ਤਰ੍ਹਾਂ ਹੋ ਸਕਿਆ ਉਸਨੇ ਆਪਣੇ ਰਾਜ ਦਾ ਵਿਸਤਾਰ ਕੀਤਾ, ਸੰਧੀਆਂ ਰਾਹੀਂ ਵੀ, ਯੁੱਧ ਰਾਹੀਂ ਵੀ। ਉਹ ਸਾਰੇ ਭਾਰਤ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਤੋਂ ਅੱਗੇ ਖਾਲਿਸਤਾਨ ਆ ਗਏ। ਹਿਮਾਯੂ ਦੀ ਮੌਤ 1556 ਈਸਵੀ ਵਿੱਚ ਹੋਈ। 1556 ਈਸਵੀ ਵਿੱਚ ਹੋਈ। ਅਕਬਰ ਨੇ ਰਾਜਗੱਦੀ 'ਤੇ ਬੈਠਣ ਲਈ ਜਲਦੀ ਹੀ ਦਿੱਲੀ ਅਤੇ ਆਗਰਾ, ਦੂਜਾ ਖਾਲਿਸਤਾਨ, ਦਿੱਲੀ ਅਤੇ ਆਗਰਾ। ਪਹਿਲੇ ਖਾਲਿਸਤਾਨ 'ਚ ਆਵੇਗਾ 1556 ਈਸਵੀ। ਦੂਜਾ ਆਵੇਗਾ ਦਿੱਲੀ ਅਤੇ ਆਗਰੇ। ਦੂਜਾ ਖਾਲਿਸਤਾਨ ਦਿੱਲੀ ਅਤੇ ਆਗਰੇ 'ਤੇ ਮੁੜ ਕਬਜ਼ਾ ਕਰਨ ਲਈ ਦਿੱਲੀ ਵੱਲ ਕੂਚ ਕੀਤਾ। ਤਾਂ ਪਹਿਲੇ ਵਿੱਚ ਆਵੇਗਾ 1556 ਈਸਵੀ, ਤਾਂ ਦੂਜੀ 'ਚ ਆਵੇਗਾ ਦਿੱਲੀ ਅਤੇ ਆਗਰਾ। ਦਿੱਲੀ ਅਤੇ ਆਗਰੇ 'ਤੇ ਮੁੜ ਕਬਜ਼ਾ ਕਰਨ ਲਈ ਦਿੱਲੀ ਵੱਲ ਕੂਚ ਕੀਤਾ। ਇਸ ਤੋਂ ਅੱਗੇ ਸਾਡੇ ਸਹੀ ਵਿਕਲਪ ਚੁਣੋ। ਅਕਬਰ ਨੇ ਰਾਜਪੂਤ ਪਰਿਵਾਰਾਂ ਵਿੱਚ ਰਾਜਪੂਤ ਰਾਜਕੁਮਾਰੀਆਂ ਨਾਲ ਆਪਣੇ ਵਿਆਹ ਕਰਵਾਏ।
ਉਸ ਦੇ ਅਜਿਹਾ ਕਰਨ ਦਾ ਕਾਰਨ ਕੀ ਸੀ? ਅਕਬਰ ਵੱਲੋਂ ਆਪਣੀ ਸਥਿਤੀ ਮਜ਼ਬੂਤ ਕਰਨਾ, ਕਿਉਂਕਿ ਅਕਬਰ ਸਾਰੇ ਭਾਰਤ 'ਤੇ ਰਾਜ ਕਰਨਾ ਚਾਹੁੰਦਾ ਸੀ। ਇਸ ਲਈ ਜਿਵੇਂ ਉਸ ਨੂੰ ਲੱਗਦਾ ਕਿ ਉਸ ਦੀ ਸਥਿਤੀ ਮਜ਼ਬੂਤ ਹੋਵੇਗੀ, ਉਸਨੇ ਵਿਆਹ ਸੰਬੰਧ ਵੀ ਕੀਤੇ, ਬਣਾਏ ਅਤੇ ਲੜਾਈਆਂ ਵੀ ਲੜੀਆਂ। ਅਕਬਰ ਦਾ 1556 ਈਸਵੀ ਵਿੱਚ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨਾਲ ਯੁੱਧ ਹੋਇਆ। ਤੁਸੀਂ ਦੱਸ ਸਕਦੇ ਹੋ ਇਹ ਯੁੱਧ ਵਿੱਚ ਕਿਸ ਦੀ ਜਿੱਤ ਹੋਈ? ਅਕਬਰ ਦੀ ਜਿੱਤ ਹੋਈ। ਅਕਬਰ ਸਹੀ ਗਲਤ? ਅਕਬਰ ਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ ਦੀ ਜਿੱਤ ਪ੍ਰਾਪਤ ਕੀਤੀ। ਇਹ ਠੀਕ ਹੈ। ਅਕਬਰ ਆਪਣੇ ਸਾਮਰਾਜ ਨੂੰ ਸੀਮਿਤ ਰੱਖਣਾ ਚਾਹੁੰਦਾ ਸੀ। ਇਹ ਗਲਤ ਹੈ। ਉਹ ਵੱਧ ਤੋਂ ਵੱਧ ਵਿਸਤਾਰ ਕਰਨਾ ਚਾਹੁੰਦਾ ਸੀ। ਚਾਹੇ ਉਹ ਵਿਆਹਕ ਸੰਧੀਆਂ ਬਾਬਤ ਉਸਨੇ ਵਿਆਹ ਸੰਬੰਧ ਬਣਾਏ, ਭਾਵੇਂ ਲੜਾਈਆਂ ਲੜਨੀਆਂ ਪਈਆਂ, ਜਿਸ ਤਰ੍ਹਾਂ ਵੀ ਹੋਇਆ ਉਸਨੇ ਆਪਣੇ ਸਾਮਰਾਜ ਦਾ ਵਿਸਤਾਰ ਕਰਨਾ ਚਾਹਿਆ। ਅੱਗੇ ਸਾਡੀ ਸਲਾਈਡ ਆ ਗਈ ਇੰਗਲਿਸ਼ ਮੀਡੀਅਮ ਵਿੱਚ। ਤਾਂ ਫਸਟ ਕੁਐਸਚਨ 1556 AD ਤੇ ਸੂਨ ਆਫਟਰ ਅਕਬਰ ਹੀ ਹੈਡ ਟੂ ਕੈਪਚਰ ਅਗੇਨ। ਫਸਟ ਵਿੱਚ ਆਵੇਗਾ ਦਿੱਲੀ, ਸੈਕਿੰਡ 'ਚ ਆਵੇਗਾ ਆਗਰਾ। ਫਸਟ ਫਿਲਅਪ 'ਚ ਦਿੱਲੀ, ਸੈਕਿੰਡ 'ਚ ਆਗਰਾ। 1556 AD ਤੇ ਇੱਥੇ ਦੇਖ ਸਕਦੇ ਹੋ ਜੋ ਫਸਟ ਫਿਲਅਪ ਹੈ ਉਸ ਵਿੱਚ ਆਵੇਗਾ 1556 AD ਤੇ ਜੋ ਸੈਕਿੰਡ ਹੈ ਉਸ ਵਿੱਚ ਆਵੇਗਾ ਦਿੱਲੀ ਐਂਡ ਆਗਰਾ, ਸੈਕਿੰਡ ਫਿਲਅਪ ਦੇ ਵਿੱਚ। ਸੈਕਿੰਡ ਫਿਲਅਪ ਦੇ ਵਿੱਚ ਦਿੱਲੀ ਐਂਡ ਆਗਰਾ। ਇਸ ਤੋਂ ਅੱਗੇ ਅਕਬਰ ਹਿਮਸੈਲਫ ਮੈਰਿਡ ਟੂ ਨੰਬਰ ਆਫ ਰਾਜਪੂਤ ਪ੍ਰਿੰਸੈਸ। ਵਟ ਵਾਜ਼ ਹਿਜ਼ ਰੀਜ਼ਨ ਟੂ ਡੂ ਦਿਸ? ਟੂ ਮੇਕ ਹਿਜ਼ ਪੋਜੀਸ਼ਨ ਸਟਰੋਂਗ। ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ। ਟੂ ਮੇਕ ਹਿਜ਼ ਪੋਜੀਸ਼ਨ ਸਟਰੋਂਗ। ਇਸ ਤੋਂ ਅੱਗੇ ਅਗਲਾ In 1556, Akbar fought with Hemu. Who won this battle? Akbar. First drew, second force. ਇਸ ਤਰ੍ਹਾਂ ਅਸੀਂ ਅੱਜ ਵਾਲੀ ਸਲਾਈਡ ਦਾ ਕੰਮ ਇੰਗਲਿਸ਼ ਅਤੇ ਪੰਜਾਬੀ ਮੀਡੀਅਮ 'ਚ ਕੀਤਾ। ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਬਾਰੇ ਪਤਾ ਲੱਗ ਸਕੇ। ਧੰਨਵਾਦ।